ਅੰਦਰ ਦਾ ਰਿਕਾਰਡ ਸਭ ਸਾਫ਼ ਹੈ ਜਿਨ੍ਹਾਂ ਨੂੰ ਇੱਕ ਮਿਲੀ ਆ 8-8 ਸਾਲ ਹੋ ਗਏ ਸਵਾ ਸਾਢੇ 8 ਸਾਲ ਹੋ ਗਏ ਇਹਦੇ ਵਿੱਚ ਨਾ ਸਰ ਆਪਾਂ ਡੀਐਨਐਸਐਸਪੀ ਦੀ ਰਿਪੋਰਟ ਤੇ ਕਰਦੇ ਹਾਂ ਮਤਲਬ ਵੀ ਸਾਨੂੰ ਤਾਂ ਪ੍ਰੋਬਲਮ ਕਰੋ ਜਿਹਨਾਂ ਦੀ ਰਿਵਿਊ ਲਓ ਜਿਨ੍ਹਾਂ ਨੂੰ ਜੇ ਇੱਕ ਦੋ ਜਾਇਜ਼ ਨੇ ਤੁਹਾਨੂੰ ਆਪਾਂ ਇਹਨਾਂ ਬਾਕੀ ਜ਼ਿਲ੍ਹਿਆਂ ਦੀ ਜਾਂਦੇ ਆ ਜੀ ਬਾਕੀ ਜ਼ਿਲ੍ਹਿਆਂ ਦੇ ਸਾਰਿਆਂ ਦੇ ਜਾਂਦੇ ਆ ਐਮਐਲਏ ਸਾਹਿਬ ਤਾਂ ਵੇਖਿਓ ਮਾੜਾ ਜਿਹਾ ਵੇਖੋ ਜੀ ਜੇਲਾਂ ਵੇਖ ਕੇ ਆਓਗੇ ਪੁਰਾਣੀਆਂ ਜੇਲਾਂ ਤੇ ਇਹ ਜੇਲ੍ਹ ਦੇਖੋ बहुत उपजाऊ और बड़ी महंगी जमीन है जी। ये तुसी मुख्यमंत्री साहब ना या मैं MP साहब की भी रिक्वेस्ट करदा कि उत्ते गडकरी साहब नाल कोई गल करके आपां इस इलाके दे जिहड़े जिमींदारां दी जमीन आई है उन्हां नूं वध तों वध पैसे क्योंकि ज़्यादा पैसे इस करके मंगदे आ कि आ गया आधा किला ਉਹਦਾ ਦੋਨੋਂ ਬੰਦੇ ਉਹਦਾ ਕੋਈ 1.5 ਕਿਲਾ ਇੱਧਰ ਰਹਿ ਗਿਆ ਆਧਾ ਕਿਲਾ ਇੱਧਰ ਰਹਿ ਗਿਆ ਤੇ ਉਹਦਾ ਉੱਜੜਨ ਵਾਲੀ ਗੱਲ ਹੈ ਜੀ। ਉਹ ਜਦੋਂ ਹਾਈਵੇ ਬਣ ਜਾਣਾ ਪਾਣੀ ਵੀ ਨਹੀਂ ਲੱਗਣਾ ਜੀ ਉਹਦੇ ਵਿੱਚ ਤੇ ਸਾਰੇ ਦਾ ਸਾਰਾ ਹੀ ਉਹਦਾ ਨੁਕਸਾਨ ਹੈ। ਉਹ ਇਸ ਕਰਕੇ ਇਹ ਬੇਨਤੀ ਹੈ ਤੁਹਾਨੂੰ ਕਿ ਇਹ ਜ਼ਰੂਰ ਸਾਡਾ ਕੰਮ ਕਰਾਇਆ ਜਾਵੇ ਜਿਹੜਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਗੋਇੰਦਵਾਲ ਸਾਹਿਬ 'ਚ ਹੈ ਨਾ ਖਡੂਰ ਸਾਹਿਬ 'ਚ ਹੈ। ਔਰ ਮੈਂ ਚਾਹੂੰਗਾ ਜੀ ਕਿ ਸਾਨੂੰ ਇੱਥੇ ਇਹ ਲਾਜ਼ਮੀ ਹੈ कि कोई भी हादसा क्योंकि आप बॉटलिंग प्लांट है जी इंडियन ऑयल का इन्होंने अपने अंदर तो रखा होएगा पर फिर भी सरकार वालों भी इतने ये फैसिलिटी चाहिए है जी। तुसी ये जरूर साडा इन्नी क बांह फड़नी है जी। एक रंधावा साहब बड़ी लंबी मांग है जी। मैं कई बार थोड़े कोले भी लड़ता रहा कि तुसी सर्वे भी कराए आ साडे बन दे दरिया दे नाल बन बनने वाला जी। ਇਹ 12-15 ਪਿੰਡ ਹੈ ਜੀ ਸਾਡੇ ਜਿਨ੍ਹਾਂ ਦੇ ਵਿੱਚ ਦਰਿਆ ਉਛੜ ਕੇ ਸਾਰੀਆਂ ਫਸਲਾਂ ਉਜੜ ਜਾਂਦੀਆਂ ਨੇ ਜੀ। ਪਿਛਲੀ ਵਾਰੀ ਵੀ ਤੁਸੀਂ ਬੜਾ ਸਹਿਯੋਗ ਦਿੱਤਾ ਆ ਪਲਟੂਨ ਬ੍ਰਿਜ ਬਣਾਇਆ ਸੀ। ਹੁਣ ਵੀ ਤੁਸੀਂ ਇਹ ਸਰਵੇ ਜਿਹੜਾ ਕਰਾਇਆ ਉਹਦੇ ਮੁਤਾਬਕ 30-35 ਕਰੋੜ ਰੁਪਇਆ ਲੱਗਣਾ ਜੀ। ਸਾਡਾ ਇਹ ਬੰਨ ਪੱਕਾ ਬਣ ਕੇ ਉੱਤੇ ਸੜਕ ਬਣ ਜੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਤਕਰੀਬਨ 17-18 ਹਜ਼ਾਰ ਏਕੜ ਜਿਹੜਾ ਹੈ ਉਹਨੂੰ ਮੁਆਵਜ਼ਾ ਦੇਣ ਤੋਂ ਰਹਿਤ ਮਿਲਦੇ ਸਰਕਾਰ ਦੇ ਪੈਸੇ ਬਚਦੇ ਆ। ਰੰਧਾਵਾ ਸਾਹਿਬ ਇੱਕ ਸਾਡੇ ਇੱਥੇ ਨੈਸ਼ਨਲ ਹਾਈਵੇ ਨਿਕਲਣ ਵਾਲਾ ਜੀ ਅੱਜ ਜਿੱਥੇ ਜੇਲ੍ਹ ਹੈ ਨਾ ਜੀ ਇਹਦੇ ਪਿਛਲੇ ਪਾਸਿਓ ਔਰ ਸਾਡੀ ਬਦਕਿਸਮਤੀ ਇਹ ਹੈ ਕਿ ਸਾਨੂੰ 28 ਲੱਖ 25 ਲੱਖ ਰੁਪਏ ਦਾ ਮੁਆਵਜ਼ਾ ਪੈਲੀ ਦਾ ਮਿਲ ਰਿਹਾ ਜੀ ਜਦ ਕਿ ਸੰਗਰੂਰ ਪਟਿਆਲੇ ਦੇ ਵਿੱਚ ਉਹੀ 68 ਲੱਖ ਰੁਪਇਆ। ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਜੀ ਟਿੱਬਾ ਜੀ MLA ਰਮਨਜੀਤ ਸਿੱਕੀ ਜੀ ਪ੍ਰਿਜ਼ਨ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ DK ਟਵਾੜੇ ਜੀ ਸਿਨਹਾ ਸਾਹਿਬ ADGP ਸਾਹਿਬ DIG ਫਿਰੋਜ਼ਪੁਰ ਰੇਂਜ ਮਾਨ ਸਾਹਿਬ ਇੱਥੋਂ ਦੇ ਸਾਡੇ DIG ਜੇਲ੍ਹ ਅਮਰੀਤ ਕੌਂਡਲ ਜੀ DIG SSP ਸਾਹਿਬ ਸਟੇਟ ਦੇ ਬੈਠੇ ਸਾਰੇ ਆਫੀਸਰ ਸਾਹਿਬਾਨ ਸਰਕਾਰ ਨੂੰ ਮੇਰੀਆਂ ਭੈਣੋਂ ਭਰਾਓ ਅੱਜ ਗੋਇੰਦਵਾਲ ਸਾਹਿਬ ਜੇਲ੍ਹ ਦੀ ਜਿਹੜੀ ਬਹੁਤ ਦੇਰ ਤੋਂ ਬਣ ਰਹੀ ਸੀ ਤੇ ਉਹ ਮੁਕੰਮਲ ਹੋਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਮੇਰੇ ਕੋਲ 2018 ਚ ਡਿਪਾਰਟਮੈਂਟ ਆਇਆ ਤੇ ਸਭ ਤੋਂ ਪਹਿਲਾਂ ਇਹੋ ਹੀ ਮੀਟਿੰਗ ਕੀਤੀ ਕਿ ਇੰਨੀ ਦੇਰ ਦੀ ਜੇਲ੍ਹ ਜਿਹੜੀ ਹੈ ਇਹ ਕਿਉਂ ਨਹੀਂ ਕੰਪਲੀਟ ਹੋ ਰਹੀ। ਠੇਕੇਦਾਰ ਦੌੜ ਗਿਆ ਚੀਫ ਇੰਜੀਨੀਅਰ ਸਾਹਿਬ ਬੈਠੇ ਨੇ PWD ਦੇ ਇਹਨਾਂ ਨੇ ਵੀ ਬਹੁਤ ਇਹਨਾਂ ਦੇ ਡਿਪਾਰਟਮੈਂਟ ਨੇ ਤੇ ਖਾਸ ਕਰਕੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਹਦੇ ਵਿੱਚ ਇਹ ਜੇਲ੍ਹ ਨੂੰ ਕੰਪਲੀਟ ਕਰਨਾ। ਖਿੱਚ ਲਾ ਫੋਨ ਚ ਇੱਧਰ ਕੈਮਰਾ ਨਾਲ
हाँ जी सर, सर थोड़ा क्लोज। जी सर, हाँ जी सर, एमएलए थैंक यू सर। श्री रमनजीत सिंह सिक्की, हाँ जी सर, प्रमुख सकत्तर जेला श्री डीके तिवारी, जी सर, एडीजीपी जेला श्री प्रवीण कुमार सिन्हा, हाँ जी सर, डीसी तरनतारण श्री कुलवंत सिंह, डीआईजी हाँ सर। पुलिस फिरोजपुर सर्कल श्री इंद्रवीर सिंह, चीफ इंजीनियर पीडब्ल्यूडी, थैंक यू सर। एसएसपी हाँ सर। तरनतारण श्री हरविंदर सिंह विर्क, हाँ जी सर, ਹੁਣ ਬੇਨਤੀ ਕਰਨਾ ਚਾਹੁੰਦੇ ਹਾਂ ਐਮਪੀ ਸਾਹਿਬ ਨੂੰ, ਐਮਐਲਏ ਸਾਹਿਬ ਗੋਇੰਦਵਾਲ ਸਾਹਿਬ ਜਿਹੜੇ ਕੇਂਦਰ ਸੁਧਾਰ ਘਰ ਤੱਕ ਇਨੋਵੇਸ਼ਨ ਹੋਈ ਹੈ, ਕਿੰਨੀ ਕਪੈਸਿਟੀ ਹੈ ਤੇ ਬਾਕੀ ਜ਼ਿਲ੍ਹਾ ਤੋਂ ਕਿਸ ਤਰ੍ਹਾਂ ਅਪਡੇਟ ਹੈਗੀ? ਇਹਦੀ ਕਪੈਸਿਟੀ ਜਿਹੜੀ 2780 ਕਪੈਸਿਟੀ ਹੈ ਜੀ। ਔਰ ਅੱਜ ਜਿਹੜੇ ਪਹਿਲੇ ਕੈਦੀ ਅਸੀਂ ਲੈ ਕੇ ਆਏ 200 ਕੈਦੀ ਅੱਜ ਪਹਿਲੇ ਇੱਥੇ ਉਹਨਾਂ ਨੂੰ ਲੈ ਕੇ ਆਏ ਔਰ ਵੱਖ-ਵੱਖ ਜੇਲ੍ਹਾਂ ਤੋਂ ਜਿਹੜੀ ਆ ਉੱਥੇ ਸਿਕਿਉਰਿਟੀ ਦਾ ਵੀ ਉੱਥੋਂ ਲੈ ਕੇ ਆਏ ਇਹਦੇ ਟੋਟਲ ਜਿਹੜੀ ਸਾਡੀ ਹੋਏਗੀ ਉਹ 2780 ਬੰਦੇ ਹੋਣਗੇ। ਔਰ ਤੁਸੀਂ ਦੇਖਿਆ ਜੇਲ੍ਹ ਘੁੰਮ ਕੇ ਵੀ ਦੇਖਿਓ। ਮੈਂ ਤੁਹਾਨੂੰ ਇਹ ਵੀ ਰਿਕੁਐਸਟ ਕਰਦਾ ਕਿ ਸਾਰੇ ਅੱਜ ਤੁਹਾਨੂੰ ਫ੍ਰੀ ਆ ਕਿ ਪਬਲਿਕ ਨੂੰ ਜੇਲ੍ਹ ਦਿਖਾਉਣੀ ਕਿ ਜੇਲ੍ਹਾਂ ਕਿਵੇਂ ਬਣਦੀਆਂ ਨੇ, ਕਿਵੇਂ ਉੱਥੇ ਰਹਿਣ ਸਹਿਣ ਹੈ, ਕੀ ਉਹਨਾਂ ਦੇ ਪ੍ਰੋਪਰ ਵਿੱਚ ਕਿਵੇਂ ਹੈ। ਇਹਦੇ 'ਚ ਬੜੀ ਹੀ ਅਲਟਰਾ ਮਾਡਰਨ ਜੇਲ੍ਹ ਜਿਹੜੀ ਬਣਾਈ ਹੈ। ਮੈਂ ਜਦੋਂ ਤੱਕ ਜੇਲ੍ਹ ਮਿਨਿਸਟਰ ਬਣਿਆ ਤਕਰੀਬਨ ਅਸੀਂ 8-10 ਸਟੇਟਾਂ ਦੀਆਂ ਜੇਲ੍ਹਾਂ ਜਿਹੜੀਆਂ ਮੈਂ ਵਿਜ਼ਿਟ ਕੀਤੀਆਂ ਨੇ ਤੇ ਜਿਸ ਵੇਲੇ ਸਾਡੇ ਏਡੀਜੀਪੀ ਸਿਨਹਾ ਸਾਹਿਬ ਤੇ ਸਾਡੇ ਸੈਕਟਰੀ ਪ੍ਰਿਜ਼ਨ ਡੀਕੇ ਤਿਵਾੜੀ ਜੀ ਅਸੀਂ ਇਕੱਠੇ ਤੇਲੰਗਾਨਾ ਦੀਆਂ ਜੇਲ੍ਹਾਂ ਦੇਖਣ ਗਏ ਸੀ। ਉੱਥੇ ਉਹਨਾਂ ਨੇ ਕਿਹਾ ਕਿ ਬਹੁਤ ਸੋਹਣੀਆਂ ਜੇਲ੍ਹਾਂ ਨੇ ਤੇ ਮੈਂ ਵੀ ਉਸ ਪੈਟਰਨ 'ਤੇ ਆ ਕੇ ਪਹਿਲਾਂ ਤਾਂ ਇਹ ਕੀਤਾ ਕਿ ਜੇਲ੍ਹ ਬੋਰਡ ਬਣਾਉਣ ਦੀ ਕਿ ਜੇਲ੍ਹ ਜਿਹੜੀ ਹੈ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ। ਗੌਰਮੈਂਟ ਕੋਲ ਜਦੋਂ ਪਹੁੰਚਦੇ ਨੇ ਉਨੀ ਦੇਰ ਤੱਕ ਪੈਸੇ ਜਾਂ ਜਿਹੜੇ ਸਾਨੂੰ ਇਮੀਡੀਏਟਲੀ ਜਿਹੜੇ ਸਟੂਡੈਂਟ ਜੇਲ੍ਹ ਨੇ ਜੋ ਪੈਸੇ ਚਾਹੀਦੇ ਨੇ ਉਹਨਾਂ ਕੋਲ ਆਉਂਦੇ ਨਹੀਂ ਤੇ ਉਹ ਸਾਡੇ ਕੋਲ ਵੈਲਫੇਅਰ ਜਿਹੜੀ ਆ ਉਹ ਠੀਕ ਤਰੀਕੇ ਨਾਲ ਨਹੀਂ ਸੀ ਹੁੰਦੀ। ਉਹ ਉੱਥੋਂ ਆ ਕੇ ਉਹਦਾ ਪੈਟਰਨ ਲੈ ਕੇ ਜੇਲ੍ਹ ਬੋਰਡ ਬਣਾਇਆ। ਜੇਲ੍ਹ ਬੋਰਡ ਦੇ ਵਿੱਚ ਹੁਣ ਜਿਹੜੀ ਜੇਲ੍ਹ ਹੋਏਗੀ ਉੱਥੋਂ ਦੀ ਜਿਹੜੀ ਇਨਕਮ ਹੋਏਗੀ ਜਾਂ ਗੌਰਮੈਂਟ ਭੇਜੇਗੀ ਉੱਥੋਂ ਹੀ ਖਰਚ ਕੀਤੇ ਜਾਣਗੇ, ਨਾ ਕਿ ਉੱਥੇ ਡੀਸੈਂਟਰਲਾਈਜ਼ ਜਿਹੜੀ ਇੱਕ ਕਿਸਮ ਦਾ ਇਹਨੂੰ ਕੀਤਾ। ਨਾਲ ਉੱਥੇ ਜਿਹੜੀਆਂ ਚੀਜ਼ਾਂ ਦੇਖਿਆ ਤੁਸੀਂ ਜਦੋਂ ਐਂਟਰੀ 'ਤੇ ਦੇਖ ਰਹੇ ਹੋ ਕਿ ਹੁਣ ਇਹ ਤੁਹਾਨੂੰ ਜੇਲ੍ਹ ਘਰ ਨਹੀਂ ਲੱਗਦਾ, ਸੁਧਾਰ ਘਰ ਤੋਂ ਮੈਂ ਕਹਿੰਦਾ ਕਿ ਵਧੀਆ ਲੱਗੇਗਾ ਕਿ ਜਿਹੜਾ ਕੋਈ ਕੈਦੀ ਹੈਗਾ। ਮੈਂ ਤੁਸੀਂ ਦੇਖਿਆ ਹੋਣਾ ਜਦੋਂ ਮੈਂ ਜਿਹੜੇ ਰੇਡੀਓ ਸਿਸਟਮ 'ਤੇ ਆਪਣੇ ਪਰਿਵਾਰ ਨਾਲ ਗੱਲ ਟੈਲੀਫੋਨ 'ਤੇ ਕਰਦੇ ਨੇ, ਪਹਿਲਾਂ ਰੌਲਾ ਹੀ ਇੰਨਾ ਪਿਆ ਹੁੰਦਾ ਸੀ ਕਿ ਇੱਕ ਦੂਜੇ ਨਾਲ ਆਵਾਜ਼ ਨਹੀਂ ਸੀ ਆਉਂਦੀ, ਕੋਈ ਅੱਗੇ ਆ ਗਿਆ। ਹੁਣ ਦੋਨਾਂ ਪਾਸੇ ਦੇ ਉਹਨਾਂ ਨੂੰ ਟੈਲੀਫੋਨ ਦਿੱਤੇ ਆ, ਉੱਧਰੋਂ ਪਰਿਵਾਰ ਦਾ ਮੈਂਬਰ ਗੱਲ ਕਰਦਾ, ਅੰਦਰੋਂ ਬੈਠਾ ਵੀ ਪਰਿਵਾਰ ਦਾ ਮੈਂਬਰ ਆਰਾਮ ਨਾਲ ਜਿਹੜੀ ਆਪਣੀ ਮੁਲਾਕਾਤ ਆਪਣੇ ਕੋਈ ਦੁੱਖ ਨੂੰ ਇੱਕ ਦੂਜੇ ਨੂੰ ਸੁਣਾ ਸਕਦੇ ਆ। ਪਰ ਮੈਨੂੰ ਬੜਾ ਅਫਸੋਸ ਹੋਇਆ ਕਿ ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਤੁਹਾਡੇ ਸਾਹਮਣੇ, ਮੈਂ ਕਈਆਂ ਦੇ ਨਾਲ ਉਹਨਾਂ ਦੇ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਪੁੱਛਿਆ ਤੇ ਜਿਹੜੇ ਮਾਂ-ਬਾਪ ਬਾਹਰ ਨੇ ਵਾਕਈ ਉਹਨਾਂ ਦੀ ਹਾਲਤ ਜਿਹੜੀ ਬੜੀ ਤਰਸਯੋਗ ਹੈ। ਸਾਨੂੰ ਇਹਨਾਂ ਦੇ ਵਿੱਚ ਮਾਂ-ਬਾਪ ਨੂੰ ਮੈਂ ਇੱਕ ਨੂੰ ਮੈਨੂੰ ਪਿੰਡ ਨਹੀਂ ਹੁਣ ਕੱਚਾ ਪੱਕਾ ਪਿੰਡ ਮੇਰੇ ਖਿਆਲੋਂ ਨੇ ਕਿਹਾ ਸੀ ਤੇ ਉਹ ਮਾਤਾ ਕਹਿੰਦੀ ਜੀ ਬੱਚੇ ਨਹੀਂ ਸਮਝਦੇ, ਕਹਿੰਦੀ ਜੋ ਹੁਣ ਸਾਡੇ ਹਾਲਾਤ ਨੇ ਤੇ ਕਹਿੰਦੀ ਬਿਆਨ ਨਹੀਂ ਮੈਂ ਕਰ ਸਕਦੀ, ਕਹਿੰਦੀ ਉਦੋਂ ਕਹਿਣੇ ਨਹੀਂ ਲੱਗਦੇ। ਵਾਕਈ ਜੇਲ੍ਹ 'ਚ ਆਉਣਾ ਬੜਾ ਔਖਾ, ਇੱਥੇ ਜਿਹੜਾ ਰਹਿਣਾ, ਇੱਥੇ ਆਪਣੇ ਪਰਿਵਾਰ ਤੋਂ ਬਿਨਾਂ ਰਹਿਣਾ। ਤੇ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਇੱਥੇ ਠੀਕ ਤਰੀਕੇ ਨਾਲ ਰੱਖ ਕੇ ਇਹਨਾਂ ਦੀ ਕਾਉਂਸਲਿੰਗ ਕਰੀਏ, ਸਾਈਕੈਟਰਿਸਟ ਬੁਲਾਈਏ। ਤਾਂ ਤੁਸੀਂ ਆ ਸਾਹਮਣੇ ਦੇਖੋਗੇ ਕਿ ਪਲੇਗਰਾਊਂਡਸ ਅਸੀਂ ਤਿਆਰ ਕਰ ਰਹੇ ਹਾਂ ਤਾਂ ਕਿ ਇਹਨਾਂ ਦਾ ਮਨ ਜਿਹੜਾ ਉਹ ਦੂਸਰੇ ਪਾਸੇ ਨਾ ਜਾਵੇ, ਇੱਥੇ ਠੀਕ ਕੰਮਾਂ ਵਾਲੇ ਪਾਸੇ ਇਹਨੂੰ ਲੈ ਕੇ ਜਾਈਏ। ਮੈਂ ਜੇਲ੍ਹ ਡਿਪਾਰਟਮੈਂਟ ਨੂੰ ਮੁਬਾਰਕਬਾਦ ਦਿੰਦਾ ਕਿ ਇੱਕ ਇਹ ਜੇਲ੍ਹ ਔਰ ਇੱਕ ਪਟਿਆਲਾ, ਫਰੀਦਕੋਟ, ਤਕਰੀਬਨ ਹੀ ਸਾਰੀਆਂ ਜੇਲ੍ਹਾਂ 'ਚ ਜਿਹੜੀਆਂ ਜਿਨ੍ਹਾਂ ਦੇ ਵਿੱਚ ਥਾਵਾਂ ਹੈਗੀਆਂ ਨੇ ਉਹਨਾਂ ਜੇਲ੍ਹਾਂ ਦੇ ਵਿੱਚ ਅਸੀਂ ਬੜਾ ਜਿਹੜਾ ਐਟਮੋਸਫੀਅਰ ਆ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਲਾਂਟੇਸ਼ਨ ਕਰੀਏ
ਉਹਨਾਂ ਨੂੰ ਕੰਮਾਂ 'ਚ ਲਾ ਦਈਏ, ਫੈਕਟਰੀਆਂ ਲੈ ਕੇ ਆਈਏ। ਜਿਵੇਂ ਹੁਣ ਇਹਦੇ ADGP ਸਾਹਿਬ ਪ੍ਰਵੀਨ ਜੀ ਨੇ ਮੈਨੂੰ ਕਿਹਾ ਕਿ ਅਸੀਂ ਇੱਥੇ ਇੰਟਰਲੋਕਿੰਗ ਜਿਹੜੀ ਆ ਫੈਕਟਰੀ ਨੂੰ ਜਿਹੜੀ ਆ ਉਹ ਇੱਥੇ ਸਟਾਰਟ ਕਰਨ ਜਾ ਰਹੇ ਹਾਂ ਟਾਈਲਾਂ ਦੀ, ਕਿ ਤਾਂ ਕਿ ਇਹ 'ਤੇ ਕੰਮ ਹੋਵੇ ਅਤੇ ਜਿਹੜਾ ਪੈਸਾ ਬਚੇ ਉਹ 'ਤੇ ਜਿਹੜੀ ਇਨਕਮ ਆਉਂਦੀ ਆ ਇਹਨਾਂ ਦੀ ਦਿਹਾੜੀ ਇਹਨਾਂ ਨੂੰ ਦਈਏ ਕੈਦੀਆਂ ਨੂੰ, ਅਤੇ ਇਹਨਾਂ ਦਾ ਜਿਹੜਾ ਖਾਣ ਪੀਣ ਦਾ ਹੈਗਾ ਉਹਨੂੰ ਹੋਰ ਬਿਹਤਰ ਤਰੀਕੇ ਨਾਲ ਕਰੀਏ। ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿੰਨੀਆਂ ਜੇਲ੍ਹਾਂ ਨੇ ਉੱਥੇ ਪ੍ਰਾਈਵੇਟ ਪਰਚੇਜ਼ ਬੰਦ ਕਰ ਦਿੱਤੀ ਗਈ ਹੈ। ਜਿਹੜੇ ਵੀ ਕੋਈ ਸਮਾਨ ਖਰੀਦਿਆ ਜਾਏਗਾ ਮਾਰਕਫੈਡ, ਮਿਲਕਫੈਡ ਅਤੇ ਸ਼ੂਗਰਫੈਡ ਤੋਂ ਇਹ ਉਹ ਚੀਜ਼ਾਂ ਲਈਆਂ ਜਾਣਗੀਆਂ। ਇਸ ਕਰਕੇ ਹਰ ਚੀਜ਼ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ। ਅਤੇ ਨਾਲ ਹੀ ਮੈਂ ਇਹ ਵੀ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ, ਜਿੰਨੇ ਅਸੀਂ MLA ਸਾਹਿਬ ਵੀ ਮੇਰੇ ਨਾਲ ਗੱਲ ਕਰ ਰਹੇ ਸੀ, ਸਿੱਕੀ ਜੀ ਵੀ ਕਹਿੰਦੇ ਕਿ ਇਹ ਜਿੰਨੇ ਕੁ ਆਪਾਂ ਨੂੰ ਮਿਲੇ ਆ ਇਹ NDPS ਵਾਲੇ ਜ਼ਿਆਦਾ ਮਿਲੇ ਨੇ, ਅਤੇ ਇਹਦੇ 'ਚ ਪੰਜਾਬ ਨੂੰ ਕੱਢਣਾ ਬਹੁਤ ਜ਼ਰੂਰੀ ਆ। ਔਰ ਦੁੱਖ ਵੀ ਲੱਗਦਾ ਕਿ ਬਹੁਤ ਗਰੀਬ ਘਰਾਂ ਦੇ ਬੱਚੇ ਉਹ ਜਿਹੜੇ ਨੇ ਵਰਗਲਾਏ ਜਾਂਦੇ ਨੇ, ਮਿਸਗਾਈਡ ਹੋ ਜਾਂਦੇ ਨੇ, ਅਤੇ ਉਹਨਾਂ ਨੂੰ ਮਿਲਦਾ ਵੀ ਕੁਛ ਨਹੀਂ, ਅਤੇ ਇਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਨੇ। ਅਤੇ ਇਹਦੇ ਬਾਰੇ ਵੀ ਸਰਕਾਰ ਨੂੰ ਅਤੇ ਪਬਲਿਕ ਨੂੰ ਵੀ ਧਿਆਨ ਦੇਣਾ ਪਏਗਾ। ਪਿੰਡਾਂ ਦੇ ਵਿੱਚ ਜਿਵੇਂ ਠੀਕਰੀ ਪਹਿਰੇ ਲੱਗਦੇ ਸੀਗੇ, ਜਿਵੇਂ ਪਾਕਿਸਤਾਨ ਹਿੰਦੁਸਤਾਨ ਦੀ ਜਦੋਂ ਲੜਾਈ ਲੱਗਦੀ ਸੀ ਅਤੇ ਬਾਹਰੋਂ ਜਿਹੜਾ ਕੋਈ ਆਉਂਦਾ ਸੀ ਇਮੀਡੀਏਟਲੀ ਉਹਨੂੰ ਪੈ ਜਾਂਦੇ ਸੀ, ਅਤੇ ਇਸੇ ਤਰ੍ਹਾਂ ਹੀ ਹੁਣ ਜਿਹੜੇ ਨਸ਼ੇ ਵੇਚਣ ਵਾਲੇ ਆ ਉਹਨਾਂ ਨੂੰ ਵੀ ਸਾਨੂੰ ਉਸੇ ਵਾਰ ਫੁਟਿੰਗ 'ਤੇ ਲੜਾਈ ਲੜਨੀ ਪਏਗੀ। ਸਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ NDPS ਦੇ ਜ਼ਿਆਦਾ ਇਸੇ ਹੈਗਾ ਨੇ, ਤੇ ਸਰ ਜ਼ਰੂਰੀ ਲੱਗਦਾ ਕਿ ਇੱਥੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਏਗਾ, ਕਿਉਂਕਿ ਉਹ ਐਡਿਕਟਿਡ ਹੋਣੇ, ਸਾਰੇ ਐਡਿਕਟਿਡ ਹੋਣੇ। ਇਹ ਨਹੀਂ, ਉਹ ਜਿਹੜੇ ਐਡਿਕਟਿਡ ਜਿਹੜੇ ਉਹਨਾਂ ਦਾ ਸਾਡੇ ਕੋਲ ਇੱਥੇ ਹੈਗਾ ਸਿਸਟਮ ਸਾਰਾ ਹੀ। ਜਿਹੜੀ ਪੰਜਾਬ ਗੌਰਮੈਂਟ ਨੇ ਜਿਹੜੀ ਟੈਬਲੇਟ ਤੇ ਲਾਏ ਨੇ ਉਹ ਸਾਡੀ ਇੱਥੇ ਚੱਲਦੀ ਹੈ ਔਰ ਹਰ ਜੇਲ੍ਹ 'ਚ ਚੱਲਦੀ ਹੈ ਅਤੇ ਬੜੀ ਸਕਸੈਸਫੁਲੀ ਚੱਲਦੀ ਹੈ। ਇਹਦੇ 'ਚ ਉਹ ਵੀ ਨੇ ਜਿਹੜੇ NDPS ਵਾਲੇ ਜਿਹੜੇ ਨਸ਼ਾ ਵੇਚਦੇ ਸੀਗੇ ਉਹ ਵੀ ਬਹੁਤ ਜ਼ਿਆਦਾ ਨੇ। ਖਾਣ ਵਾਲੇ ਘੱਟ ਨੇ, ਵੇਚਣ ਵਾਲੇ ਜ਼ਿਆਦਾ ਜਿਹੜੇ ਇਹ ਜੇਲ੍ਹ 'ਚ ਫੜ ਕੇ ਲਿਆਂਦੇ ਆ, ਅਤੇ ਜਿਨ੍ਹਾਂ ਨੂੰ ਬਾਕੀ ਨੂੰ ਨਸ਼ਾ ਜਿਹਨੂੰ ਛਡਾਉਣਾ, ਸਾਡੇ ਕੋਲ ਨਸ਼ਾ ਛਡਾਊ ਕੇਂਦਰ ਅੰਦਰ ਬਹੁਤ ਵਧੀਆ ਨੇ ਔਰ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ। ਥੈਂਕ ਯੂ।